जीत सिंह सच्चे पातशाह जी वर्तमान सतगुरु जी की महान बख्शिश के अनुसार जीवन नूं उस सच दे नाल जोड़न दे वास्ते परमात्मा नूं अपने हिरदे दे विच वसाउण दे वास्ते सत्संग दे रूप दे विच कथा इतिहास विचारां करन दा ये सुभाग समां सानूं प्राप्त होया। पातशाह कहंदे ने सा सेवा कीती सफल है जो प्रभ पाए थाए हर हर नाम आराधिय सतगुर स्यों चित लाए। दो ही साधन ने, एक है सिमरन एक है सेवा। दोनों का प्रयोजन जो है सेवा वो सफल है जिहड़ी सतगुरु दे हुक्म दे अनुसार कीती जाए, और सिमरन वो है जिहदे नाल सतगुरु दे चरणां दे विच चित जुड़ जाए। अगर सेवा करदियां सिमरन करदियां इहदा मापक की है, ये ठीक हो रहा है कि गलत हो रहा है। सेवा करदियां हमेशा मन दे विच उस सतगुरु दा भै, उन्हां दा हुक्म, उन्हां दी रज़ा दे अनुसार हो रहा है कि मेरी अपनी मर्जी दे अनुसार, मेरी अपनी इंद्रियां दी तृप्ति खुशी दे वास्ते हो रहा है। ये जरूर वेखना चाहिए। और सिमरन करदियां करदियां अगर चित उस परमात्मा दे नाल जुड़दा पिया, बार बार उदी याद करन दा दिल करदा, समझना सेवा सिमरन सही दिशा दे विच जा रहा है। साध संगत च यही सेवा और सिमरन दे उद्देश्य नूं ठीक करना ही ज्ञान दा मुख प्रयोजन है। आपां किसे ना किसे रूप च सेवा भी करदे हां, सिमरन भी करदे हां, पर वो थाए पै जावे, परमात्मा चित्त दे विच वस जावे, ये दो जरूरी गल्लां ने। साध संगत च यही चीज भगवान श्री कृष्ण अर्जुन नूं समझा रहे ने। सेवा कर्म हर व्यक्ति दे वास्ते जरूरी है। जिन्ना चिर उस आत्म ज्ञान दी प्राप्ति दी योग्यता मनुख दे अंदर नहीं आउंदी, उन्ना चिर निरंतर व्यक्ति नूं कर्म करना पैंदा, सेवा करनी पैंदी है। वो सेवा किस रूप दे विच कीती जावे, उहदे चार बिंदु भगवान श्री कृष्ण इस गीता दे विच दस देने पे। पहला है स्वधर्म दा बोध। स्वधर्म तो भाव कल कुछ बेनती कीती सी, हर व्यक्ति दे अंदर पूर्व जन्मां दे अनुसार कुछ एक वखरी क्वालिटी होया करदी है, योग्यता होया करदी है। सुभाविक रूप दे विच आपां जो काम करदे हां वो किसे लालच दे विच, कोई पढ़दा भी है ते नौकरी दे वास्ते पढ़दा, ज्ञान दे वास्ते नहीं पढ़दा। भाव किसी ना किसी फल तो प्रेरित हो के
ਆਪਾਂ ਉਸ ਕੰਮ ਦੇ ਵਿੱਚ ਲੱਗ ਜਾਂਦੇ ਆ, ਚਾਹੇ ਉਸ ਕੰਮ ਕਰਨ ਦੇ ਵਾਸਤੇ ਮੇਰਾ ਸਰੀਰ ਔਰ ਮਨ ਤਿਆਰ ਨਾ ਵੀ ਹੋਵੇ, ਤਾਂ ਵੀ ਜ਼ਬਰਦਸਤੀ ਉਸ ਫਲ ਦੇ ਲੋਭ ਦੇ ਵਿੱਚ, ਆਕਰਸ਼ਣ ਦੇ ਵਿੱਚ ਉਸ ਕੰਮ ਲਈ ਪ੍ਰੇਰਿਤ ਹੋ ਜਾਂਦੇ ਆ। ਜਿਸ ਤਰ੍ਹਾਂ ਅੱਜ ਹਰ ਵਿਅਕਤੀ ਉਸ ਢੰਗ ਦੀ ਪੜ੍ਹਾਈ ਕਰਦਾ ਜਿਹਦੇ ਵਿੱਚ ਚੰਗਾ ਕੈਰੀਅਰ ਬਣ ਜਾਵੇ। ਮਾਤਾ ਪਿਤਾ ਵੀ ਉਸੇ ਕੰਮ ਦੇ ਵਾਸਤੇ ਬੱਚੇ ਨੂੰ ਮਜਬੂਰ ਕਰਦੇ ਨੇ ਜਿਹਦੇ ਵਿੱਚ ਚੰਗਾ ਪੈਸਾ ਕਮਾਇਆ ਜਾ ਸਕੇ। ਇਹ ਬਹੁਤ ਸੂਖਸ਼ਮ ਜੀ ਚੀਜ਼, ਧਨ ਪਦਾਰਥ ਦੀ ਜ਼ਰੂਰਤ ਹੈ, ਉਹਦੇ ਕਮਾਉਣ ਦੇ ਵਾਸਤੇ ਕਰਮ ਜ਼ਰੂਰ ਕਰਨਾ ਹੈ, ਪਰ ਉਸ ਕੰਮ ਨੂੰ ਫੜਿਆ ਜਾਵੇ ਜਿਹੜਾ ਸਾਡੀ ਅੰਤਰ ਪ੍ਰਕਿਰਤੀ ਦੀ ਮੰਗ ਹੋਵੇ ਸਾਧ ਸੰਗਤ 'ਚ। ਕਿਉਂਕਿ ਇਹ ਜੋ ਸੁਭਾਵਿਕ ਯੋਗਤਾ ਜਨਮ ਜਾਤ ਵਿਅਕਤੀ ਦੇ ਅੰਦਰ ਆਉਂਦੀ ਹੈ, ਉਹ ਵਿਅਕਤੀ ਸੋਚ ਸਮਝ ਕੇ ਨਹੀਂ ਬਣਾਉਂਦਾ। ਪੂਰਵ ਜਨਮਾਂ ਦੇ ਸੰਸਕਾਰਾਂ ਦੇ ਅਨੁਸਾਰ ਪਰਮਾਤਮਾ ਨੇ ਜਿਸ ਤਰ੍ਹਾਂ ਇਸ ਸਰੀਰ ਨੂੰ ਪੈਦਾ ਕੀਤਾ, ਜਿਸ ਤਰ੍ਹਾਂ ਪਰਮਾਤਮਾ ਨੇ ਵੇਖਣ ਸੁਣਨ ਦੇ ਵਾਸਤੇ ਇਹ ਇੰਦਰੀਆਂ ਦਿੱਤੀਆਂ ਨੇ, ਇਹ ਮਨ ਬੁੱਧੀ ਸੋਚਣ ਵਿਚਾਰਨ ਵਾਸਤੇ ਦਿੱਤੀ ਹੈ, ਇਸੇ ਪ੍ਰਕਾਰ ਤੂੰ ਕਿਹੜਾ ਕੰਮ ਸਹਿਜਤਾ ਦੇ ਨਾਲ ਕਰ ਸਕਦਾ ਹੈ, ਇਹ ਯੋਗਤਾ ਵੀ ਹਰ ਵਿਅਕਤੀ ਦੇ ਅੰਦਰ ਪਾਈ ਹੈ। ਸਾਧ ਸੰਗਤ 'ਚ ਆਪਣੇ ਉਸ ਸਵਧਰਮ ਨੂੰ ਜਦੋਂ ਪਹਿਚਾਨੇਗਾ, ਕਿਉਂਕਿ ਉਹ ਸਵਧਰਮ ਪਰਮਾਤਮਾ ਦਾ ਦਿੱਤਾ ਹੋਇਆ, ਉਹਦੇ ਅਨੁਸਾਰ ਜਦੋਂ ਕੰਮ ਕਰਾਂਗੇ, ਉਹ ਵਿਅਕਤੀ ਦੇ ਲਈ ਪਰਮਾਤਮਾ ਦੀ ਸੇਵਾ ਬਣ ਜਾਏਗਾ। ਸਾਧ ਸੰਗਤ 'ਚ ਵਿਅਕਤੀ ਉਹਨੂੰ ਕਰਨ ਲੱਗਿਆਂ ਬੜੀ ਸਹਿਜਤਾ ਮਹਿਸੂਸ ਕਰੇਗਾ, ਬੜਾ ਆਨੰਦ ਮਹਿਸੂਸ ਕਰੇਗਾ, ਉਹਦੇ ਵਾਸਤੇ ਉਹ ਰੁਚੀਕਰ ਹੋਏਗਾ। ਸਾਧ ਸੰਗਤ 'ਚ ਵਿਭਿੰਨ ਪ੍ਰਕਾਰ ਦੀਆਂ ਪ੍ਰਕਿਰਤੀਆਂ ਦੇ ਲੋਕ ਇਸ ਸੰਸਾਰ ਦੇ ਵਿੱਚ ਨੇ। ਹਰ ਵਿਅਕਤੀ ਬਹੁਤ ਬੌਧਿਕ ਨਹੀਂ ਹੋਇਆ ਕਰਦਾ, ਹਰ ਵਿਅਕਤੀ ਬਹੁਤ ਸਰੀਰਿਕ ਸ਼ਰਮ ਨਹੀਂ ਕਰ ਸਕਦਾ, ਹਰ ਵਿਅਕਤੀ ਕਿਸੇ ਕੰਮ ਦੀ ਲੀਡਰਸ਼ਿਪ ਨਹੀਂ ਕਰ ਸਕਦਾ। ਸਭ ਦੀ ਆਪੋ ਆਪਣੀ ਕੁਆਲਿਟੀ ਹੈ। ਉਸ ਕੁਆਲਿਟੀ ਨੂੰ ਪਹਿਚਾਨ ਕੇ ਫਿਰ ਉਹਦਾ ਪ੍ਰਸ਼ਿਕਸ਼ਣ ਲੈ ਕੇ ਉਹਦੇ ਵਿੱਚ ਦਕਸ਼ਤਾ ਅਰਜਿਤ ਕੀਤੀ ਜਾਵੇ। ਇਹਦਾ ਨਾਮ ਹੈ ਸਵਧਰਮ ਦਾ ਪਾਲਨ ਕਰਨਾ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ, ਸਵਧਰਮੇ ਨਿਧਨਮ ਸ਼੍ਰੇਯਾ ਪਰ ਧਰਮੋ ਭਯਾਵਹਾ। ਅਗਰ ਦੂਸਰਿਆਂ ਦਾ ਚੰਗਾ ਕੰਮ ਵੇਖ ਕੇ ਅਸੀਂ ਉਹਦੀ ਰੀਸ ਕਰਨ ਲੱਗ ਜਾਈਏ, ਉਹਦੇ ਵਿੱਚ ਵਿਅਕਤੀ ਦੁੱਖ ਪ੍ਰਾਪਤ ਕਰੇਗਾ। ਭਗਵਾਨ ਕਹਿੰਦੇ ਨੇ, ਚਾਹੇ ਦੂਸਰੇ ਦਾ ਧਰਮ ਕਿੱਡਾ ਵੀ ਵੱਡਾ ਨਜ਼ਰ ਆਵੇ, ਆਪਣੇ ਛੋਟੇ ਧਰਮ ਦੇ ਵਿੱਚ ਮਰ ਜਾਣਾ ਹੀ ਸ਼੍ਰੇਯ ਹੈ। ਦੂਸਰੇ ਦੇ ਵੱਡੇ ਧਰਮ ਦੇ ਵਿੱਚ ਜਿਉਣਾ ਮੌਤ ਦੇ ਬਰਾਬਰ ਹੈ। ਸਾਧ ਸੰਗਤ 'ਚ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ, ਕੋਈ IPS ਆਫਿਸਰ ਹੈ ਔਰ ਉਹ ਬਣਨ ਦੀ ਕੋਸ਼ਿਸ਼ ਕਰੀਏ ਔਰ ਹਮੇਸ਼ਾ ਖਿੱਚਾਤਾਨੀ ਚੱਲਦੀ ਰਹੇਗੀ। ਅਗਰ ਕਿਸੇ ਢੰਗ ਦੇ ਨਾਲ ਬਣ ਵੀ ਗਏ, ਉਹ ਫਾਇਦਾ ਉਸ ਪਦ ਦਾ, ਉਸ ਕੁਰਸੀ ਦਾ ਅਸੀਂ ਨਹੀਂ ਲੈ ਸਕਦੇ। ਸਾਧ ਸੰਗਤ 'ਚ ਅੱਜ ਸਭ ਤੋਂ ਵੱਡੀ ਚੀਜ਼ ਕੀ ਹੈ? ਅੱਜ ਕੋਈ ਪੋਲੀਟੀਸ਼ੀਅਨ ਹੈ, ਉਹ ਸੋਚਦਾ ਮੇਰਾ ਲੜਕਾ ਹੀ ਅੱਗੇ ਰਾਜਨੀਤੀ ਦੇ ਵਿੱਚ ਆਵੇ। ਅਗਰ ਉਹਦੇ ਅੰਦਰ ਉਹ ਯੋਗਤਾ ਹੈ, ਉਹ ਕੁਆਲਿਟੀ ਹੈ, ਕੋਈ ਗੱਲ ਨਹੀਂ, ਆਉਣਾ ਹੀ ਚਾਹੀਦਾ। ਅਗਰ ਉਹ ਯੋਗਤਾ ਔਰ ਕੁਆਲਿਟੀ ਨਹੀਂ, ਅਸੀਂ ਪੈਸੇ ਦੇ ਬਲ ਦੇ ਨਾਲ ਜਾਂ ਕਿਸੇ ਹੋਰ ਢੰਗ ਦੇ ਨਾਲ ਉਹਨੂੰ ਉਸ ਜਗ੍ਹਾ ਦੇ ਉੱਤੇ ਪਹੁੰਚਾ ਦਿੰਦੇ ਹਾਂ। ਉਹ ਅਯੋਗ ਵਿਅਕਤੀ ਆਪਣੇ ਜੀਵਨ ਦਾ ਵੀ ਨਾਸ਼ ਕਰ ਲੈਂਦਾ ਔਰ ਸਮਾਜ ਨੂੰ ਵੀ ਉਹਦਾ ਕੋਈ ਲਾਭ ਨਹੀਂ ਹੁੰਦਾ। ਸਾਧ ਸੰਗਤ 'ਚ ਨਹੀਂ ਹੁੰਦਾ। ਇਸ ਤਰ੍ਹਾਂ ਦੇ
कई लोग मैनू मिलन दे विच आए ने जिन्हां ने पढ़ाई किसी होर फील्ड दी कीती, पर अचानक नौकरी मिल गई। उन्होंने अपने पढ़ाई कीते हुए फील्ड नू छड्ड के जदों नौकरी लै लई, हुण उन्हां दा मन उदास रहिंदा है, क्योंकि वो रुचिकर काम नहीं सी। साध संगत च अपनी अंतर प्रकृति नू पहचानन दे वास्ते बड़ी सहजता दे नाल बैठ के सोचीए किस काम दे विच मेरा शरीर और मन तैयार है, मैनू प्रसन्नता मिलती है, खुशी मिलती है। एक कर्म योग की पहली सीढ़ी है साध संगत च। दूसरी चीज भगवान कहते ने निष्काम कर्म करने, जिदा पारिभाषिक शब्द है फलासक्ति दा त्याग। योगस्थः कुरु कर्माणि संगम त्यक्त्वा धनंजया सिद्ध्या सिद्ध्योर समो भूत्वा समत्वम योग उच्यते। आखिरकार सब कुछ परमात्मा ही करने वाला है, हर फल नू देन वाला परमात्मा ही है। अंत न सिफती कहन न अंत, अंत न करना देन न अंत। उदा कर्म बहुत विशाल है, सब कुछ उदी रजा और हुक्म दे विच हो रहा है। लेकिन जिन्ना चिर उस हुक्म नू पहचानन दी व्यक्ति दे अंदर योग्यता नहीं, उन्ना चिर इन्हां कर्मां नू साधन बनाया जावे। निष्काम कर्म तो भाव की है? काम करना, फल दी इच्छा नहीं रखनी। साध संगत च बहुत सूक्ष्म गल है और सोचन दे विच बड़ी विरोधाभास लगदी है पई। असी काम क्यों करांगे? किसे फल दे वास्ते करांगे, किसे उद्देश्य दी पूर्ति दे वास्ते करांगे, किसे मकसद दे वास्ते करांगे। कोई भी मूर्ख आदमी भी निरर्थक काम नहीं करता, कोई ना कोई प्रयोजन वास्ते करता है। पर भगवान कहते ने योगस्था कुरु कर्माणि संगम त्यक्त्वा धनंजया। तू निष्काम कर्म कर। निष्काम कर्म करन तो की भाव है? व्यक्ति काम करे, पूरी योजना बना के करे, किसे फल दे उद्देश्य दे नाल करे। कोई किसान खेती करदा है, वो इसे योजना ते प्रयोजन दे नाल करदा है, इहदे तो चंगा फल पैदा किया जावे, अनाज पैदा किया जावे। कोई व्यापारी व्यापार करदा है, वो इस उद्देश्य और फल दे नाल व्यापार करदा है, इहदे द्वारा ज़्यादा तो ज़्यादा मुनाफा कमाया जावे। निष्काम कर्म तो भाव है व्यक्ति मुनाफे दे वास्ते काम करे। किसान बहुते अनाज लैन दे वास्ते काम करे, पर ये अनाज ये फल मैनू ही मिले, इहदा भोग मैं ही करां, ये भाव मन दे विच ना लियावे। साध संगत च इहदे द्वारा जो भी मैनू धन पदार्थ मिलेगा, जो सफलता मिलेगी, ये मेरे ते मेरे परिवार वास्ते ही होवे। अपनी इस स्वार्थ बुद्धि नू तोड़न दा नाम ही निष्काम कर्म है। साध संगत च निष्काम कर्म है। और दूसरी चीज, व्यक्ति दा जो अधिकार है केवल कर्म करन दे विच है। कर्मण्येवाधिकारस्ते माँ फलेषु कदाचना माँ कर्म फल हेतु भुर माँ ते संगोस्त्व कर्मणि। भगवान कहते ने अर्जुन, तू केवल कर्म कर सकदा, फल पैदा तू नहीं कर सकदा। फल जो देंदा है वो परमात्मा देंदा है, किसे होर शक्ति दे अधीन है
फल पैदा करना व्यक्ति दे अधीन नहीं गा। जदों व्यक्ति इन्हां गल्लां नूं सही ढंग दे नाल समझ लैंदा है, ਉਹ उस परम सत्ता दे अगे समर्पित हो जाता है। वो फिर हर काम उहदा दास बन के करदा है, सेवक बन के करदा है। क्यों? अगर किसान दे हथ ही अनाज पैदा करना होवे, वो 6-6 महीने बीज बो के उस अनाज दा इंतज़ार ना करे। साध संगत जी, हल चलाउणा, जमीन तैयार करनी, बीज बोना, इस कर्म तक अधिकार किसान दा, पर उस बीज ने फुटना, उहदे तो अनाज पैदा होना, ये किसान दे हथ दे विच नहीं गा। ये किसी होर हायर कॉस्मिक कोई शक्ति है, कोई वैश्विक सत्ता है, चाहे उन्होंने परमात्मा कह लईए, ये उहदे हथ दे विच है। साध संगत जी, जिंदगी दे विच हमेशा कर्म नूं ही इन्नी ईमानदारी दे नाल कीता जावे, फल दी आसक्ति ना अपने ना परिवार वास्ते रखी जावे। हमेशा उस परमात्मा दा दास बन के, सेवक बन के जदों व्यक्ति काम करदा है, तू चंगा दवें मंदा दवें, थोड़ा दवें बहुता दवें, ये तेरे हथ दे विच है। कर्म करना मेरा फर्ज सी, मैं उन्नू पूरी ईमानदारी दे नाल कर दिता। साध संगत जी, इहदा नाम है निष्काम कर्म। क्योंकि व्यक्ति एहो जगत ममता मुआ, जीवन की बिद नाहे, गुर कै भाणै जो चलै तां जीवन पदवी पाहे। करण कारण समरथ प्रभ, जो करे सो होई, खिन मैं थाप उथापदा, तिस बिन नहीं कोई। दे वाक अनुसार ये सारी सृष्टि उस परमात्मा दी पैदा कीती है। खिन दे विच ही वो इनू थाप दिंदा है, और खिन मात्र दे विच ही वो इहदा नाश कर दिंदा। साध संगत जी, निष्काम जदों असी किसी गुरुद्वारे जाने आ जां श्री भैणी साहब आउने आ, उदों जदों असी सेवा करते आ, उदों सेवा दा की भाव है? बर्तन मांजदे आ, अपने ते अपने परिवार दा भाव रख के नहीं, साध संगत दे वास्ते। झाड़ू फेरदे आ, अपने घर दा भाव रख के नहीं, गुरु दा घर समझ के फेरदे आ। जदों व्यक्ति इस स्वार्थ बुद्धि तो उपर उठ के करदा, उसे ही कर्म दा नाम सेवा बन जांदा है। भगवान श्री कृष्ण कहते ने, तेरा ये जीवन ही सेवामय बन जाए। अपने और अपने परिवार दे वास्ते जिउना, छोटे दायरे दे विच जिउना है। जदों सारे संसार दे वास्ते जिउवांगे, उहदा नाम ही सेवा है, और वो सेवा ही परमात्मा दी प्रसन्नता दा कारण बनती है। साध संगत देंदे टोट ना आवई, वो परमात्मा देंदा देंदा थकदा ही नहीं। आप कोई काम करते हैं, किसान खेती करता, उहदा फल मिलेगा। उसे फल दे अंदर वो अपने ते अपने परिवार दा भी पोषण करे। पर ये जो दसवंध दी भावना है, इहदे पिछे मूल कारण की है? व्यक्ति सारा ही अपने वास्ते निचोड़न ना लग जावे। ये जो ममता है, ये जो आसक्ति है, ये व्यक्ति नू संसार दे बंधन दे विच पा देंदी है। भगवान कहंदे ने, काम दे नाल आसक्ति नहीं बनदी, काम दे फल दे नाल आसक्ति बनदी है। वो जो काम दा फल है, वो देन वाला परमात्मा है, और तू
परमात्मा दे लेखे ही उस फल नूं लगा दे। साध संगत जी, अगर कोई परिवार वास्ते करदा उथे ये भाव रख के करे जिस तरह ये शरीर बनाउण वाला मैं नहीं, माता दे गर्भ दे विच किसे वैश्विक माता ने मां दे गर्भ दा आश्रय लैके इस शरीर दी सर्जना कीती है। उस रक्त दी बिंद नूं इस शरीर दे विच घड़ दिता है। भाव ये धीआं पुत्र देण वाला भी वो परमात्मा है। साध संगत जी, अगर परिवार दी पालना करदियां होयां धन पदार्थ कमाउने आ, उत्थे भी व्यक्ति ये सोचे ये मैनू परमात्मा ने परिवार दी पालना करन दी सेवा दिती है। कर्तव्य बुद्धि समझ के, अपनी एक जिम्मेवारी समझ के उस परिवार दी पालना करे, अपनी मोह ते आसक्ति नूं ना वधावे। साध संगत जी, अगर ये मोह ते आसक्ति फल दे प्रति व्यक्ति दी दृढ़ हुंदी जाएगी, ओ इहदे बंधन नूं होर पक्कियां कर देगी। साध संगत जी, जिस तरह राधा कृष्णन जी एक बार रूस दे तानाशाही बादशाह स्टालिन नूं मिले। स्टालिन ने यह गल आखी कि गीता दे अंदर जो कर्म योग है वो परमात्मा दे लई करना, ईश्वर दे लई करना, सब दे भले लई करना। इहदी मैनू समझ नहीं आई क्योंकि असी परमात्मा ते विश्वास नहीं करते। राधा कृष्ण जी ने कहा, तुसी ये चाहुंदे हो तुहाडे नाल कोई झूठ ना बोले। स्टालिन कहंदा, हाँ मैं ये चाहुंदा मेरी प्रजा मेरे नाल झूठ दा आचरण ना करे। राधा कृष्ण जी, तुसी चाहुंदे हो कि ये सारा संसार सुंदर बन जावे, इत्थे गंदगी ना रवे, सब आपो अपने कर्मां दे प्रति, सफाई दे प्रति हर चीज सुंदर बन जावे, व्यवस्थित बन जावे। स्टालिन कहंदा मैं ये भी चाहुंदा। राधा कृष्ण जी कहंदे ने तुसी ये भी चाहुंदे हो सब दा भला हो जावे। स्टालिन कहंदा मैं ये भी चाहुंदा सब दा भला हो जावे। राधा कृष्ण जी कहंदे ने परमात्मा सत स्वरूप है, परमात्मा सुंदर स्वरूप है, परमात्मा शिव स्वरूप है, जिन्हों सत्यम शिवम सुंदरम कहंदे ने, उहदा नाम ही परमात्मा है। जदों इस संसार नूं सत्य बनाउण दे लई असी यतन करांगे, जदों इस संसार नूं सुंदर बनाउण दे लई असी यतन करांगे, जदों इस संसार नूं भला करन दे लई असी यतन करांगे, इहदा मतलब है असी परमात्मा दी सेवा करदे आं पए, निष्काम सेवा करदे आं पए। साध संगत जी, निष्काम सेवा दा मतलब है पूरे योजना दे नाल काम करना है, पूरी ताकत दे नाल काम करना है। जो जिम्मेदारी सानू परमात्मा ने, सतगुरु ने, समाज ने दिती है, उहदी पूर्ति दे वास्ते पूरा यतन करना है, पर उहदे फल दे प्रति आसक्त नहीं होना। काम नू जिम्मेदारी समझ के करना है, फल देना ना देना वो परमात्मा दे हथ दे विच है। साध संगत जी, ये पहली चीज है निष्काम कर्म दी। जो भी फल मिले उन्होंने स्वीकार कर लेना। दूसरी चीज भगवान श्री कृष्ण कह रहे ने, सिद्ध्या सिद्ध्योर समो भूत्वा समत्वम योग उच्यते। बाबा आदम जी गुरु रामदास पातशाह जी दी शरण दे विच जदों आए,
ਵਿਵਾਹਿਕ ਜੀਵਨ ਨੂੰ ਕਾਫੀ ਸਮੇਂ ਹੋ ਗਿਆ ਪਰ ਔਲਾਦ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਘਰ ਦੇ ਕੁਝ ਸਿੱਖਾਂ ਦੇ ਨਾਲ ਮਿਲਾਪ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਜਾਇਆ ਜਾਵੇ, ਉੱਥੇ ਜੋ ਕੁਝ ਵੀ ਕੋਈ ਮੰਗਦਾ ਉਹਦੀ ਮੰਗ ਪੂਰੀ ਹੋ ਜਾਂਦੀ ਹੈ। ਸਾਧ ਸੰਗਤ 'ਚ ਬਾਬਾ ਆਦਮ ਜੀ ਆਪਣੀ ਪਤਨੀ ਦੇ ਸਮੇਤ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ, ਪਰ ਆਪਣੀ ਉਮਰ ਦੇ ਵੱਲ ਧਿਆਨ 'ਚ ਰੱਖਦਿਆਂ ਹੋਇਆਂ ਸੰਕੋਚ ਵਸ਼ ਆਪਣੀ ਇਹ ਮੰਗ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਹੀਂ ਰੱਖ ਪਾਉਂਦੇ। ਪਰ ਉੱਥੇ ਹੀ ਉਹ ਲੰਗਰ ਦੀ ਬਾਲਣ ਦੀ ਸੇਵਾ ਦੇ ਵਿੱਚ ਜੁਟ ਜਾਂਦੇ ਨੇ। ਜੰਗਲ ਦੇ ਵਿੱਚੋਂ ਲੱਕੜੀਆਂ ਲਿਆ ਕੇ ਵੇਚ ਕੇ ਆਪਣੇ ਅੰਨ ਪਾਣੀ ਦਾ ਗੁਜ਼ਾਰਾ ਵੀ ਕਰਦੇ ਨੇ ਤੇ ਲੰਗਰ ਦੇ ਵਿੱਚ ਵੀ ਦਿੰਦੇ ਨੇ। ਇਸ ਤਰ੍ਹਾਂ ਕਰਦਿਆਂ ਕਾਫੀ ਸਮੇਂ ਬਤੀਤ ਹੋ ਜਾਂਦਾ। ਜੋ ਬਾਜ਼ਾਰ ਦੇ ਵਿੱਚ ਵੇਚਣ ਦੇ ਵਾਸਤੇ ਲੱਕੜੀਆਂ ਕੁਝ ਬਚ ਜਾਂਦੀਆਂ ਸਨ, ਰੋਜ਼ ਥੋੜੀਆਂ ਥੋੜੀਆਂ ਕਰਕੇ ਉਹ ਕਾਫੀ ਵੱਡਾ ਢੇਰ ਬਣ ਗਿਆ। ਇੱਕ ਦਿਨ ਅਚਾਨਕ ਬਹੁਤ ਮੌਸਮ ਖਰਾਬ ਹੋਇਆ, ਠੰਡੀ ਹਵਾ, ਬਰਸਾਤ, ਸਰਦੀ ਦੇ ਦਿਨ, ਸੰਗਤ ਬਹੁਤ ਪਰੇਸ਼ਾਨ। ਬਾਬਾ ਆਦਮ ਜੀ ਤੇ ਉਹਨਾਂ ਦੀ ਪਤਨੀ ਨੇ ਜਿਹੜੀਆਂ ਆਪਣੇ ਘਰ ਉਹ ਲੱਕੜਾਂ ਇਕੱਠੀਆਂ ਪਈਆਂ ਸਨ, ਉਹ ਸਾਧ ਸੰਗਤ ਦੇ ਵਿੱਚ ਲਿਆ ਕੇ ਛੋਟੀਆਂ ਛੋਟੀਆਂ ਅੰਗੀਠੀਆਂ ਬਾਲ ਕੇ ਜਲਾ ਦਿੱਤੀਆਂ। ਸੰਗਤ ਨੇ ਉਸ ਅੱਗ ਦੇ ਸੇਕ ਦਾ ਨਿੱਘ ਮਾਣ ਕੇ ਬੜਾ ਸੁਖ ਪ੍ਰਾਪਤ ਕੀਤਾ। ਗੁਰੂ ਰਾਮਦਾਸ ਪਾਤਸ਼ਾਹ ਨੂੰ ਜਦੋਂ ਇਸ ਗੱਲ ਦੇ ਲਈ ਫਿਕਰਮੰਦ ਹੋਏ ਕਿ ਸਰਦੀ ਦਾ ਮੌਸਮ ਹੈ, ਸੰਗਤ ਬਹੁਤ ਪਰੇਸ਼ਾਨ ਹੋਏਗੀ, ਪਾਤਸ਼ਾਹ ਆਪ ਸੰਗਤ ਦੇ ਨਿਵਾਸ ਤੱਕ ਆਏ। ਆ ਕੇ ਵੇਖਿਆ ਅੱਗ ਜਲਦੀ ਹੈ ਪਈ, ਸੰਗਤ ਬਹੁਤ ਆਨੰਦ ਦੇ ਨਾਲ ਬੈਠੀ ਹੈ। ਗੁਰੂ ਰਾਮਦਾਸ ਪਾਤਸ਼ਾਹ ਬੜੇ ਪ੍ਰਸੰਨ ਹੋਏ। ਪਾਤਸ਼ਾਹ ਨੇ ਜਦੋਂ ਪੁੱਛਿਆ ਇਹ ਸੇਵਾ ਕਿਹਨੇ ਕੀਤੀ ਹੈ, ਕਹਿੰਦੇ ਜੀ ਬਾਬਾ ਆਦਮ ਨੇ ਕੀਤੀ ਹੈ। ਗੁਰੂ ਰਾਮਦਾਸ ਪਾਤਸ਼ਾਹ ਬੜੇ ਮਿਹਰ ਦੀ ਨਜ਼ਰ ਦੇ ਵਿੱਚ ਆ ਗਏ, ਬੜੇ ਪ੍ਰਸੰਨ ਹੋਏ ਔਰ ਬਾਬਾ ਆਦਮ ਨੂੰ ਪੁੱਛਿਆ, ਬਾਬਾ ਆਦਮ ਜੀ ਤੁਸੀਂ ਸਾਧ ਸੰਗਤ ਨੂੰ ਸੁਖ ਦਿੱਤਾ, ਕਰਮ ਦਾ ਉਦੇਸ਼ ਇਹੀ ਹੈ। ਵਿਅਕਤੀ ਆਪਣੀ ਸਵਾਰਥ ਪੂਰਤੀ ਵਾਸਤੇ ਨਾ ਕਰੇ, ਹਮੇਸ਼ਾ ਆਪਣੇ ਕੰਮ ਦੇ ਨਾਲ ਇਹ ਧਿਆਨ ਰੱਖੇ ਇਹਦੇ ਦੁਆਰਾ ਦੂਸਰਿਆਂ ਤੱਕ ਸੁਖ ਪਹੁੰਚਦਾ। ਇਹਨਾਂ ਕੰਮਾਂ ਦੇ ਨਾਲ ਦੂਸਰਿਆਂ ਦੀ ਕੁਝ ਮੁਸ਼ਕਿਲ ਮੈਂ ਘੱਟ ਕਰ ਪਾ ਰਿਹਾ, ਦੂਸਰਿਆਂ ਦੀ ਕੁਝ ਤਕਲੀਫ ਮੈਂ ਵੰਡ ਪਾ ਰਿਹਾ ਕਿ ਨਹੀਂ ਪਾਉਂਦਾ ਪਿਆ। ਵਿਅਕਤੀ ਇੰਨੀ ਅਚੇਤਨਤਾ ਦੇ ਨਾਲ ਜਿਉਂਦਾ ਹੈ। ਕਈ ਵਾਰੀ ਵੇਖਿਆ ਕੋਈ ਵਿਅਕਤੀ ਸਾਹਮਣੇ ਸੁੱਤਾ ਪਿਆ, ਇੰਨੀ ਜ਼ੋਰ ਦੇ ਨਾਲ ਗੱਲਾਂ ਕਰਨਗੇ ਤੇ ਹੱਸਣਗੇ, ਇਸ ਗੱਲ ਦਾ ਵੀ ਅੰਦਾਜ਼ਾ ਨਹੀਂ ਲੱਗਦਾ ਕੋਈ ਵਿਅਕਤੀ ਸੁੱਤਾ ਪਿਆ। ਚੇਤਨਾ ਦਾ ਸਤਰ ਇੱਥੇ ਤੱਕ ਪਹੁੰਚ ਜਾਂਦਾ ਹੈ। ਵਿਅਕਤੀ ਇੰਨਾ ਸਵਾਰਥੀ ਹੋ ਜਾਂਦਾ ਹੈ, ਵਿਅਕਤੀ ਇੰਨਾ ਅਹੰਕਾਰ ਤੇ ਅਗਿਆਨ ਦੇ ਵਿੱਚ ਤੁਰ ਜਾਂਦਾ ਹੈ, ਦੂਸਰਿਆਂ ਨੂੰ ਦੁੱਖ ਮਿਲਦਾ ਪਿਆ ਮੇਰੇ ਕਿਸੇ ਵੀ ਕਰਮ ਦੇ ਦੁਆਰਾ ਇਹਦੀ ਫਿਕਰ ਨਹੀਂ ਕਰਦਾ। ਮੈਨੂੰ ਔਰ ਮੇਰੇ ਪਰਿਵਾਰ ਨੂੰ ਫਾਇਦਾ ਹੋਣਾ ਚਾਹੀਦਾ। ਹਰ ਕੰਮ ਦਾ ਮੁੱਖ ਉਦੇਸ਼ ਇਹ ਬਣ ਜਾਂਦਾ ਹੈ, ਉਸ ਵਿਅਕਤੀ ਦਾ ਕਰਮ ਸੇਵਾ ਨਹੀਂ ਬਣਦਾ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਬਾਬਾ ਜੀ ਆਪਨੇ ਸੇਵਾ ਕੀਤੀ ਹੈ ਸੰਗਤ ਦੀ, ਸੁਖ ਪਹੁੰਚਾਇਆ ਸੰਗਤ ਨੂੰ। ਜੋ ਵੀ ਆਪ ਦੇ ਮਨ ਦੀ ਭਾਵਨਾ ਹੋਵੇ ਆਪ ਉਹ ਮੰਗ ਸਕਦੇ ਹੋ। ਗੁਰੂ ਨਾਨਕ ਦੇ ਦਰ ਤੋਂ ਹਰ ਬਖਸ਼ਿਸ਼ਾਂ ਮਿਲਦੀਆਂ ਨੇ। ਬਾਬਾ ਆਦਮ ਸੇਵਾ ਕਰਤ ਹੋਏ ਨਿਹਕਾਮੀ। ਸੇਵਾ ਕਰਦਿਆਂ ਨਿਸ਼ਕਾਮਤਾ ਆ ਜਾਏਗੀ। ਸੱਜਣੋ, ਸੇਵਾ ਦਾ ਜੋ ਮੁੱਖ ਫਲ ਹੈ ਉਹ ਇਹੀ ਹੈ, ਵਿਅਕਤੀ ਫਿਰ ਪਰਮਾਤਮਾ ਤੋਂ ਬਿਨਾਂ ਕੁਝ ਚਾਹੁੰਦਾ ਨਹੀਂ।
ਵਿਅਕਤੀ ਦੇ ਹਿਰਦੇ ਦੇ ਵਿੱਚ ਸਤਿਗੁਰੂ ਦੀ ਪ੍ਰਸੰਨਤਾ ਤੋਂ ਬਿਨਾਂ ਕੋਈ ਮੰਗ ਨਹੀਂ ਰਹਿ ਜਾਂਦੀ। ਸਤਿਗੁਰੂ ਦੇ ਹੁਕਮ ਨੂੰ ਪੂਰਾ ਕਰਨਾ, ਬਸ ਇਹੀ ਇੱਛਾ ਰਹਿ ਜਾਂਦੀ ਹੈ। ਇਹਦਾ ਨਾਮ ਹੈ ਨਿਸ਼ਕਾਮ ਸੇਵਾ। ਇਹ ਸੇਵਾ ਇਹ ਕੰਮ ਕਰਦੀ ਹੈ ਸਾਧ ਸੰਗਤ ਜੀ। ਬਾਬਾ ਆਦਮ ਮੰਗ ਨਹੀਂ ਸਕੇ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਸਵੇਰੇ ਆਇਓ, ਆਪਣੀ ਸਿੰਘਣੀ ਨੂੰ ਨਾਲ ਲਿਆਇਓ, ਸੋਚ ਵਿਚਾਰ ਕੇ ਹਿੰਮਤ ਕਰਕੇ ਜੋ ਮੰਗਣਾ ਮੰਗ ਲਿਓ। ਬਾਬਾ ਆਦਮ ਸਵੇਰੇ ਆਏ, ਫਿਰ ਨਹੀਂ ਮੰਗ ਸਕੇ, ਪਰ ਕੋਲੋਂ ਪਤਨੀ ਨੇ ਕਹਿ ਦਿੱਤਾ, ਮਹਾਰਾਜ ਜਿਸ ਦਿਨ ਆਏ ਸਾਂ ਪੁੱਤਰ ਦੀ ਕਾਮਨਾ ਨੂੰ ਲੈ ਕੇ ਆਏ ਸਾਂ, ਪਰ ਸੇਵਾ ਕਰਦਿਆਂ ਕਰਦਿਆਂ ਮਨ ਇਹਨਾਂ ਛੋਟੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਦੇ ਵਾਸਤੇ ਲੱਗ ਗਿਆ। ਹੁਣ ਉਹ ਪੁੱਤਰ ਦੀ ਕਾਮਨਾ ਨਹੀਂ ਰਹੀ। ਫਿਰ ਵੀ ਗੁਰੂ ਰਾਮਦਾਸ ਪਾਤਸ਼ਾਹ ਨੇ ਆਖਿਆ, ਤੁਹਾਨੂੰ ਉਹ ਨਾਮਦਾਨ ਦੀਆਂ ਬਖਸ਼ਿਸ਼ਾਂ ਵੀ ਨੇ, ਪਰ ਤੁਹਾਡੀ ਜੋ ਮਨ ਦੀ ਭਾਵਨਾ ਸੀ ਪੁੱਤਰ ਦੀ, ਉਹ ਤੁਹਾਨੂੰ ਪੁੱਤਰ ਵੀ ਪ੍ਰਾਪਤ ਹੋਏਗਾ। ਉਸ ਵਡੇਰੀ ਉਮਰ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਬਾਬਾ ਆਦਮ ਜੀ ਦੇ ਘਰ ਭਾਈ ਭਗਤੂ ਜੀ ਦਾ ਜਨਮ ਹੋਇਆ। ਸਾਧ ਸੰਗਤ ਜੀ, ਸੇਵਾ ਵਿਅਕਤੀ ਨੂੰ ਨਿਸ਼ਕਾਮ ਬਣਾ ਦਿੰਦੀ ਹੈ। ਜਦੋਂ ਸਵਾਮੀ ਵਿਵੇਕਾਨੰਦ ਅਮਰੀਕਾ ਦੇ ਵਿੱਚ ਗਏ, ਉੱਥੇ ਉਹਨਾਂ ਦੇ ਭਾਸ਼ਣ ਤੋਂ ਲੋਕ ਬਹੁਤ ਪ੍ਰਭਾਵਿਤ ਹੋਏ, ਬਹੁਤ ਪ੍ਰਤਿਸ਼ਠਾ ਹੋ ਗਈ ਸਵਾਮੀ ਵਿਵੇਕਾਨੰਦ ਜੀ ਦੀ। ਉਹਨਾਂ ਨੂੰ ਇੱਕ ਚੰਗੇ ਘਰ ਦੇ ਵਿੱਚ ਠਹਿਰਾਇਆ ਗਿਆ। ਇੱਕ ਦਿਨ ਭਗਨੀ ਨਿਵੇਦਿਤਾ ਜੋ ਉਹਨਾਂ ਦੀ ਸ਼ਿਸ਼ਯ ਬਣ ਗਈ ਸੀ, ਉਹ ਸਵਾਮੀ ਵਿਵੇਕਾਨੰਦ ਜੀ ਦੇ ਕਮਰੇ ਦੇ ਵਿੱਚ ਗਈ। ਸਵਾਮੀ ਵਿਵੇਕਾਨੰਦ ਜੀ ਬਹੁਤ ਬੱਚਿਆਂ ਦੀ ਤਰ੍ਹਾਂ ਰੋਂਦੇ ਨੇ ਪਏ। ਭਗਨੀ ਨਿਵੇਦਿਤਾ ਨੇ ਦੇਖਿਆ, ਇਹਨਾਂ ਗਿਆਨੀ ਪੁਰਸ਼ ਜਿਹਦੇ ਤੋਂ ਹਜ਼ਾਰਾਂ ਲੋਕ ਪ੍ਰਭਾਵਿਤ ਨੇ, ਉਹ ਵਿਅਕਤੀ ਨੂੰ ਕੀ ਤਕਲੀਫ ਹੋ ਸਕਦੀ ਹੈ। ਉਹਨੇ ਸਵਾਮੀ ਵਿਵੇਕਾਨੰਦ ਜੀ ਦੇ ਕੋਲ ਆ ਕੇ ਪੁੱਛਿਆ, ਸਵਾਮੀ ਜੀ ਤੁਸੀਂ ਕਿਉਂ ਰੋਂਦੇ ਪਏ ਹੋ? ਸਵਾਮੀ ਵਿਵੇਕਾਨੰਦ ਬਹੁਤ ਭਾਵੁਕ ਹੋ ਕੇ ਕਹਿੰਦੇ ਨੇ, ਮੈਂ ਜਿਸ ਭਾਰਤ ਦੇਸ਼ ਦੇ ਵਿੱਚੋਂ ਆਇਆ, ਉੱਥੇ ਹਜ਼ਾਰਾਂ ਲੋਕ ਭੁੱਖ ਦੇ ਨਾਲ ਮਰਦੇ ਨੇ ਪਏ। ਮੈਂ ਜਿਸ ਭਾਰਤ ਦੇਸ਼ ਤੋਂ ਆਇਆ, ਉੱਥੇ ਹਜ਼ਾਰਾਂ ਮਾਤਾਵਾਂ ਦੇ ਸਰੀਰ ਨੂੰ ਢੱਕਣ ਦੇ ਵਾਸਤੇ ਕੱਪੜਾ ਨਹੀਂ, ਮਕਾਨ ਨਹੀਂ, ਲੋਕ ਬੜੀ ਗਰੀਬੀ ਔਰ ਦੁੱਖ ਦੇ ਵਿੱਚ ਗੁਜ਼ਾਰਾ ਕਰਦੇ ਨੇ। ਔਰ ਉਸੇ ਦੇਸ਼ ਦਾ ਇੱਕ ਸੰਨਿਆਸੀ ਹੋਣ ਦੇ ਬਾਵਜੂਦ ਮੈਂ ਇਸ ਅਮਰੀਕਾ ਦੇ ਵਿੱਚ ਚੰਗੇ ਬਿਸਤਰੇ ਤੇ ਸੌਣਾ, ਚੰਗੇ ਪਦਾਰਥ ਛਕਦਾ, ਚੰਗੀ ਪੋਸ਼ਾਕ ਪਹਿਨਦਾ। ਇਹ ਸੋਚ ਕੇ ਅੱਜ ਮੇਰਾ ਮਨ ਲੱਜਾ ਦੇ ਨਾਲ ਭਰ ਗਿਆ। ਇਹ ਸੁੱਖ ਸੁਵਿਧਾਵਾਂ ਮੇਰੇ ਵਾਸਤੇ ધિਕਾਰ ਨੇ, ਨਿੰਦਨੀਆਂ ਨੇ, ਕਿਉਂਕਿ ਮੇਰੇ ਦੇਸ਼ ਦੇ ਲੋਕ ਇਸ ਭੁੱਖ ਪਿਆਸ ਦੇ ਨਾਲ ਤੜਫਦੇ ਨੇ ਪਏ। ਸਾਧ ਸੰਗਤ ਜੀ, ਨਿਸ਼ਕਾਮ ਕਰਮ ਦੀ ਸਭ ਤੋਂ ਵੱਡੀ ਕਸੌਟੀ ਕੀ ਹੈ? ਵਿਅਕਤੀ ਦਾ ਧਿਆਨ ਦੇਣ ਵੱਲ ਹੋਇਆ ਕਰਦਾ, ਲੈਣ ਵੱਲ ਨਹੀਂ ਹੋਇਆ ਕਰਦਾ। ਸੁਭਾਵਿਕ ਵਿਅਕਤੀ ਦੀ ਪ੍ਰਵਿਰਤੀ ਕੀ ਹੈ? ਇਹ ਲੈਣਾ ਤੇ ਜਾਣਦਾ, ਦੇਣਾ ਨਹੀਂ ਜਾਣਦਾ। ਜਿਸ ਪਰਿਵਾਰ ਨੇ ਸਾਨੂੰ ਪਾਲਿਆ, ਕੁਛ ਉਹਦੀਆਂ ਜ਼ਿੰਮੇਵਾਰੀਆਂ ਨੇ, ਉਹ ਵੀ ਪੂਰੀਆਂ ਕਰਨੀਆਂ। ਜਿਸ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ, ਉਸ ਸਮਾਜ ਨੇ ਸਾਨੂੰ ਬਹੁਤ ਕੁਛ ਦਿੱਤਾ ਹੈ। ਉਸ ਸਮਾਜ ਦੇ ਪ੍ਰਤੀ ਸਾਡੀ ਕੋਈ ਜ਼ਿੰਮੇਵਾਰੀ ਹੈ। ਜਿਸ ਦੇਸ਼ ਦੇ ਵਿੱਚ ਰਹਿੰਦੇ ਹਾਂ, ਉਸ ਦੇਸ਼ ਨੇ ਸਾਨੂੰ ਬਹੁਤ ਕੁਛ ਦਿੱਤਾ ਹੈ। ਵਿਅਕਤੀ ਦੇ ਕਰਨ ਦਾ ਦਾਇਰਾ ਜਦੋਂ ਐਡਾ ਵੱਡਾ ਹੋ ਜਾਵੇ, ਉਹਦਾ ਨਾਮ ਹੈ ਨਿਸ਼ਕਾਮ ਕਰਮ। ਵਿਅਕਤੀ ਲੈਣ ਨਾਲੋਂ ਦੇਣ ਦੇ ਲਈ ਜ਼ਿਆਦਾ ਪ੍ਰਵਿਰਤ ਹੋ ਜਾਵੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਉਸ ਵੰਡ ਦੇ ਦੁੱਖਾਂ ਤੋਂ ਬਚਾਉਣ ਦੇ ਵਾਸਤੇ, ਪਰਿਵਾਰਿਕ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਕਿੰਨਾ ਸੰਘਰਸ਼ਾਂ ਦੇ ਵਿੱਚੋਂ ਲੰਘ ਕੇ ਜ਼ਮੀਨਾਂ ਦਿੱਤੀਆਂ, ਗਊਆਂ ਦਿੱਤੀਆਂ,
कपड़े दिते, होर तरह तरह के सुख देने की कोशिश की। इहदा नाम है निष्काम कर्म। मेरे तो जिन्ना हो सकता है मैं दूसरियां नूं सुख देने की कोशिश करां, मेरे कोलों जिन्ना हो सकता है मैं दूसरियां दे परोपकार, दूसरियां दे कम आ सकां। इहदा नाम है निष्काम कर्म। अपने और अपने वास्ते ना जिए, ये जिउण दा बहुत छोटा स्तर है। एक दरखत है, ਉਹਦੇ ਉੱਤੇ भी जो फल लगते ने वो दूसरियां नूं दे दिंदा है। एक गऊ है, ਉਹਦੇ अंदर दा भी जो दुध है वो भी साडे वास्ते दे दिंदा है। इस प्रकृति दे चारों तरफ जदों असी नज़र मारांगे, ये सारी प्रकृति साडे जीवन नूं बनाए रखण दे वास्ते नियंत्र प्रयत्नशील है, नियंत्रण कोशिश करती है। ये हवा ना होवे कित्थों जियांगे, ये पानी ना होवे कित्थों जिवांगे, ये सूरज ना होवे कित्थों जिवांगे, ये वनस्पति ना होवे निरंतर कार्बन डाइऑक्साइड छड़ के ऑक्सीजन लैने आ। परमात्मा ने ये जो दरख्त बनाए ने ये एवें नहीं खड़े कर दिते, ये साडे जीवन नूं संभव बनाउण दे वास्ते, साडी दूषित वायु नूं शुद्ध करके श्वासां दे रूप दे विच साडे अंदर वापस पाउण दे वास्ते परमात्मा ने प्रकृति खड़ी कीती है। व्यक्ति इन्नी बेहोशी दे नाल जल नूं भी दूषित करदा पिया। एक किसान है, वो वध तो वध जमीन दे विचों अनाज लेना चाहुंदा है, वो इस गल दी परवाह नहीं करता कि इस दवाइयां दे नाल, इस खाद दे नाल, इस जमीन दी जो स्वाभाविक उपजाऊ शक्ति है वो नष्ट हो जाएगी। इहदी परवाह नहीं, मैनू वध तो वध मिलना चाहिए। निष्काम कर्म का मतलब है व्यक्ति इन्ना सजग हो जावे, उहदे आस पास चाहे व्यक्ति है, चाहे पशु है, चाहे प्रकृति है, उहदा मन इन्ना सरल और सहज हो जावे, उहदी क्रिया दे द्वारा, उहदे कम दे द्वारा किसे दे उपर भी कोई माड़ा असर ना पवे। साध संगत जी, इस पानी नूं सुरक्षित करना, हवा नूं दूषण तो बचाउणा, वातावरण नूं प्रदूषण तो बचाउणा, वनस्पति दा संरक्षण करना, पशुआं दा संरक्षण करना, व्यक्तियां दा संरक्षण करना। जदों व्यक्ति इस वास्ते जिउण लग जांदा है, सज्जनों दसो व्यक्ति दे अंदर हताशा कित्थों रहेगी, व्यक्ति दे अंदर उदासी कित्थों रहेगी, व्यक्ति दे जिउण दा किड्डा वड्डा मकसद बन जांदा है। ये सारा संसार ही अपना लगन लग जांदा है व्यक्ति जदों सारियां दे वास्ते जिउण लग जांदा है। आप कल्पना करो उस व्यक्ति का जीवन किस स्तर का होएगा जिहड़ा हर चीज़ नूं अपनी मनदा, हर जर्रे दे विच परमात्मा नूं देखदा और अपने आप नूं समझदा। मैनू इस धरती ते अगर परमात्मा ने कोई जिम्मेदारी दे के भेजिया, मनुख बना के भेजिया, मैं सेवक बन के, परमात्मा दा दास बन के परमात्मा दी इस सारी कायनात दी सेवा करां। साध संगत जी, सेवा करां। ये सेवा दा स्तर है। साध संगत जी, अपने और अपने, मैं बार बार इन्हां शब्दां दे उत्ते तां जोर देना, किसी ढंग दे नाल सतगुरु जी बख्शिश करन, मन दे उत्ते कोई चोट लग जावे। साध संगत जी, चोट लग जावे। अपने और अपने परिवार दे वास्ते सारे ही जिउंदे आ, पर सज्जनों ये जीवन दे विच अगर आप वेखांगे, अज असी जो इत्थे बैठे हाँ, संसार दे हर प्राणी दा, हर प्रकृति दे हिस्से दा साडे उत्ते एहसान है, साडे उत्ते वड्डा उपकार है, ताई ये साडा जीवन संभव है। साध संगत जी, गुरु नानक पातशाह ने अगर फिक्र कीती हुंदी अपने ते अपने परिवार दी, गुरु नानक चार उदासियां नहीं सन कर सकते।
गुरु नानक नूं फिक्र इस गल दी सी, मैनू परमात्मा ने जिस उद्देश्य दे वास्ते भेजिया ਉਹ मैं अपने और अपने परिवार दे विच रह के व्यतीत नहीं कर सकता। मैनू परमात्मा ने वो योग्यता दिती है, वो समर्था दिती है, मैं बहुत सारे लोगों नू समझा के उन्हां दे जीवन नू परमात्मा दे नाल जोड़ सकदा। गुरु अर्जन देव सच्चे पातशाह कोई अपने वास्ते बलिदान नहीं दिता। अगर गुरु गोबिंद सिंह सच्चे पातशाह अपने बच्चों बारे सोच दे, अपने परिवार वास्ते सोच दे, अज एडी वड्डी मिसाल साडे सामने नहीं सी बननी। साध संगत जी नहीं सी बननी। सजनों, व्यक्ति आया है और निश्चित चले जाएगा। पृथ्वी दहते यत्र मेरुश्चापि विशीर्यते शुष्यम अत्यम भो निधि जलम शरीरे तत्र का कथा। भर्तृहरि कहते ने ये जो अथाह समुद्र दा जल है एक दिन सुक जाएगा। आसमान नू छाउंदा होया जो मेरू पर्वत है ये भी एक दिन कण कण हो जाएगा। शरीरे तत्र का कथा, जेड़ा इस शरीर बारे सोचदा रहिंदा है, अपने छोटे स्वार्थ लई जिउंदा है, ओदी कथा की कहनी है। साध संगत जी की कहनी है। भर्तृहरि कहंदे ने एते सतपुरुषा स्वार्थाय प्रार्थ आविरोधेन जे ते अमी मनुष्य राक्षसा परहितम निंदन्ति स्वार्थाय जे ये निंदनन्ति प्रार्थम ते के ना जानी महे। कहते ने चार प्रकार दे दुनिया दे लोग ने। एक ओ लोग ने जेड़े अपने स्वार्थ दे नाल दूसरे दे स्वार्थ नूं भी नुकसान नहीं पहुंचाउंदे, अपना मतलब भी कढ़दे ने ते दूसरे दा फायदा भी करदे ने। इस ढंग दे नाल अपना जीवन व्यतीत करदे ने। मेरा काम भी हो जावे, दूसरियां दा काम भी हो जावे। वो साधारण मनुख ने, चंगे मनुख ने, लेकिन जेड़े अपने स्वार्थ दा, अपने फायदे दा त्याग करके दूसरे नू सुख फायदा देंदे ने, वो महान लोग ने। ये दूसरी श्रेणी दे लोग ने। इन्हां नू भर्तृहरि महान लोग कहंदा है, जेड़े अपने स्वार्थ नू, अपने सुख नू निशावर करके दूसरियां नू सुख देने दी कोशिश करदे ने। और तीसरे लोग ने जेड़े अपने मतलब दे वास्ते दूसरियां दे स्वार्थ दा, दूसरियां दे सुख दा शोषण करदे ने। वो राक्षस बुद्धि दे लोग ने। मैनू फायदा होवे, मैनू सुख मिले, दूसरे दा नुकसान हुंदा, दूसरे नू दुख मिलदा, कोई परवाह नहीं। ये राक्षस बुद्धि दे लोग ने। और चौथी श्रेणी की है, भर्तृहरि कहंदे ने दुनिया दे कुछ इस तरह दे भी लोग ने जिन्हां दा अपना कोई फायदा नहीं, पर दूसरियां दा नुकसान करन च उन्हां नू सुख मिलदा है। ते के ना जानी महे। भर्तृहरि कहंदे मैं अपनी बुद्धि दे अनुसार लोकां दियां ये तीन श्रेणियां ते बना लियां ने, पर जेड़े बिना मतलब तो दूसरियां दा नुकसान करदे ने, ये केड़ी श्रेणी दे लोग ने मैं नहीं जानदा। साध संगत जी नहीं जानदा। इस करके निष्काम कर्म तो भाव है अपने छोटे स्वार्थ तो ऊपर उठ के सब दे भले दे वास्ते जिउणा। रोज अरदास करदे हां, तेरे भाणे सरबत दा भला। खिमा रखना कहन देना ये सिर्फ एक शब्दां दी व्योंतबंदी रह गई है, आचरण खत्म हो गया। साध संगत जी इन्ना रट लिया अरदास करदे आ, इस गल नूं दिन च 2-2 3-3 वारी करदे आ। और जदों अरदास करदे आ ये लैन मूँह चों निकलदी है, तेरे भाणे सरबत दा भला, वो कदों निकल जाती है मन ते कोई छाप ही नहीं छड़दी। साध संगत जी सिੱਖੀ ਦਾ जो मुख सिद्धांत है,
ਆਪਣਾ ਆਪ ਵਾਰ ਦਵੇ ਦੂਸਰਿਆਂ ਦੇ ਸੁਖ ਦੇ ਵਾਸਤੇ। ਸਾਰੇ ਗੁਰੂ ਸਾਹਿਬਾਂ ਦਾ ਇਤਿਹਾਸ ਵੇਖੀਏ, ਗੁਰੂ ਸਾਹਿਬਾਂ ਦੇ ਸਿੱਖਾਂ ਦਾ ਇਤਿਹਾਸ ਵੇਖੀਏ, ਆਪਣੇ ਸੁੱਖਾਂ ਨੂੰ ਛੱਡ ਕੇ ਲੋਕਾਈ ਦਾ ਕਿਸ ਤਰ੍ਹਾਂ ਭਲਾ ਹੋਵੇ, ਇਹਦੇ ਵਾਸਤੇ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤੇ ਨੇ ਸਾਧ ਸੰਗਤ ਜੀ। ਇਹ ਕੋਈ ਖਿੱਚਾਤਾਨੀ ਨਹੀਂ, ਜਿੰਨਾ ਜਿੰਨਾ ਵਿਅਕਤੀ ਸਮਝਦਾ ਜਾਏਗਾ ਕਿ ਇਹ ਜੀਵਨ ਸੁਖ ਜਿੰਨਾ ਜਿੰਨਾ ਕੋਈ ਦੂਸਰੇ ਨੂੰ ਦਏਗਾ ਉਹਨੂੰ ਓਨਾ ਹੀ ਸੁਖ ਮਿਲੇਗਾ। ਜਿਸ ਤਰ੍ਹਾਂ ਦੀਵਾਰ ਦੇ ਨਾਲ ਮਾਰੀ ਹੋਈ ਗੇਂਦ ਆਪਣੇ ਕੋਲ ਵਾਪਸ ਆ ਜਾਂਦੀ ਹੈ, ਇਸੇ ਪ੍ਰਕਾਰ ਕਰਮਾਂ ਦੇ ਦੁਆਰਾ ਜੋ ਵੀ ਅਸੀਂ ਬਾਹਰ ਸੁੱਟਾਂਗੇ ਉਹ ਸਾਡੇ ਕੋਲ ਵਾਪਸ ਆ ਜਾਏਗਾ। ਸਾਧ ਸੰਗਤ ਜੀ, ਜੇ ਅਸੀਂ ਦੂਸਰਿਆਂ ਨੂੰ ਸੁਖ ਦੇਵਾਂਗੇ ਸਾਨੂੰ ਜ਼ਰੂਰ ਸੁਖ ਮਿਲੇਗਾ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ, ਅਰਜੁਨ ਆਪਣੇ ਸਵਾਰਥ ਨੂੰ ਛੱਡ ਕੇ ਆਪਣੀ ਮਮਤਾ ਔਰ ਆਸਕਤੀ ਦਾ ਤਿਆਗ ਕਰਕੇ ਸਭ ਦੇ ਭਲੇ ਦੇ ਵਾਸਤੇ ਜਿਉਣਾ ਹੀ ਕਰਮ ਯੋਗ ਦਾ ਮਹਾਨ ਉਦੇਸ਼ ਹੈ, ਜਿਹਨੂੰ ਸਿੱਖ ਦਰਸ਼ਨ ਦੇ ਅੰਦਰ ਸੇਵਾ ਆਖਿਆ ਜਾਂਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰਿਆਈ ਪ੍ਰਾਪਤ ਕੀਤੀ ਇਸ ਸੇਵਾ ਦੇ ਬਲ ਤੇ। ਸਾਧ ਸੰਗਤ ਜੀ, ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਉਹੀ ਪ੍ਰਿਥੀ ਚੰਦ ਜੀ ਨੇ, ਉਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ, ਇੱਕੋ ਹੀ ਖੂਨ ਹੈ, ਇੱਕੋ ਹੀ ਅਨਾਜ ਖਾਂਦੇ ਨੇ, ਇੱਕੋ ਹੀ ਵਾਤਾਵਰਣ ਦੇ ਵਿੱਚ ਪਲੇ ਬੜੇ ਨੇ, ਪਰ ਦੋਨਾਂ ਦੀ ਦ੍ਰਿਸ਼ਟੀ ਦੇ ਵਿੱਚ ਫਰਕ ਹੈ। ਪ੍ਰਿਥੀ ਚੰਦ ਜੀ ਆਪਣੇ ਵਾਸਤੇ ਕਰਦੇ ਨੇ, ਮੈਨੂੰ ਕਿਸ ਤਰ੍ਹਾਂ ਇਹ ਅਧਿਕਾਰ ਮਿਲੇ, ਕਿਸ ਤਰ੍ਹਾਂ ਮੇਰੇ ਨਾਲ ਸੰਗਤ ਜੁੜੇ, ਕਿਸ ਤਰ੍ਹਾਂ ਮੈਨੂੰ ਵੱਧ ਤੋਂ ਵੱਧ ਧਨ ਪਦਾਰਥ ਤੇ ਮਾਨ सम्मान ਮਿਲੇ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਨੇ, ਕਿਸ ਤਰ੍ਹਾਂ ਸਾਧ ਸੰਗਤ ਨੂੰ ਪ੍ਰਸੰਨਤਾ ਮਿਲੇ, ਗੁਰੂ ਰਾਮਦਾਸ ਪਾਤਸ਼ਾਹ ਨੂੰ ਪ੍ਰਸੰਨਤਾ ਮਿਲੇ, ਉਹ ਕੰਮ ਇਸ ਢੰਗ ਦੇ ਨਾਲ ਕਰਦੇ ਨੇ ਸਾਧ ਸੰਗਤ ਜੀ। ਔਰ ਦੂਸਰੀ ਚੀਜ਼ ਹੈ ਸਿੱਧੀ ਔਰ ਅਸਿੱਧੀ ਦੇ ਵਿੱਚ ਸਮ ਰਹਿਣਾ। ਬਹੁਤ ਸਾਰੀ ਜੀਵਨ ਦੇ ਵਿੱਚ ਜੋ ਉਦਾਸੀ ਹੈ, ਕੰਮ ਕਰਦਿਆਂ ਜੋ ਚਿੰਤਾ ਹੈ, ਵਿਅਕਤੀ ਚਾਹੁੰਦਾ ਮੈਨੂੰ ਆ ਜ਼ਰੂਰ ਮਿਲਣਾ ਚਾਹੀਦਾ, ਮੇਰੇ ਮਨ ਮੁਤਾਬਿਕ ਹੋਣਾ ਚਾਹੀਦਾ, ਮੈਂ ਇਹ ਕੀਤਾ ਇਹਦੇ ਦੁਆਰਾ ਇਹ ਜ਼ਰੂਰ ਨਿਕਲਣਾ ਚਾਹੀਦਾ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ, ਨਿਸ਼ਕਾਮ ਕਰਮ ਵੀ ਕਰ, ਮਮਤਾ ਔਰ ਆਸਕਤੀ ਨੂੰ ਛੱਡ ਕੇ ਵੀ ਕਰ, ਸਿੱਧੀ ਔਰ ਅਸਿੱਧੀ ਦੇ ਵਿੱਚ, ਸਫਲਤਾ ਔਰ ਅਸਫਲਤਾ ਦੇ ਵਿੱਚ ਸਮਾਨ ਰੂਪ ਦੇ ਵਿੱਚ ਰਹਿ ਕੇ ਕਰ। ਸੁਖ ਦੁੱਖੇ ਸਮੇ ਕ੍ਰਿਤਵਾ ਲਾਭਾ ਲਾਭਉ ਜਯਾ ਜਯਉ ਤਤੋ ਯੁੱਧਾਯ ਯੁਜਸਵ ਨੈਵੰ ਪਾਪਮ ਵਾਪਸਸੀ। ਅਰਜੁਨ ਤੇਰਾ ਫਰਜ਼ ਹੈ ਸਿਰਫ ਕੰਮ ਕਰਨਾ, ਉਹ ਸਫਲ ਹੋਵੇ ਅਸਫਲ ਹੋਵੇ, ਸਿੱਧੀ ਮਿਲੇ ਅਸਿੱਧੀ ਮਿਲੇ, ਇਹਦੀ ਪਰਵਾਹ ਨਾ ਕਰ। ਪੂਰੀ ਇਮਾਨਦਾਰੀ ਦੇ ਨਾਲ, ਪੂਰੇ ਯਤਨ ਦੇ ਨਾਲ ਤੂੰ ਕੇਵਲ ਲੋਕ ਭਲਾਈ ਦੇ ਕੰਮ ਕਰ। ਲੋਕਾਂ ਦੇ ਉੱਤੇ ਕਿੰਨਾ ਕੁ ਅਸਰ ਪੈਂਦਾ, ਤੇਰੀ ਗੱਲ ਨੂੰ ਲੋਕ ਕਿੰਨਾ ਕੁ ਮੰਨਦੇ ਨੇ, ਜੇ ਇਸ ਗੱਲ ਦੀ ਪਰਵਾਹ ਗੁਰੂ ਨਾਨਕ ਪਾਤਸ਼ਾਹ ਨੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕੀਤੀ ਹੁੰਦੀ, ਸ਼ਾਇਦ ਇਹ ਮਹਾਨ ਕੰਮ ਨਾ ਹੋ ਪਾਉਂਦੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਲੋਕਾਂ ਨੇ ਨਿੰਦਿਆ ਵੀ ਕੀਤੀ, ਤਰ੍ਹਾਂ ਤਰ੍ਹਾਂ ਦੇ ਝਗੜੇ ਫਸਾਦ ਵੀ ਕੀਤੇ, ਪਰ ਗੁਰੂ ਸਾਹਿਬਾਂ ਨੇ ਲੋਕ ਭਲਾਈ ਦਾ ਕੰਮ ਤੇ ਨਹੀਂ ਛੱਡਿਆ। ਇਹ ਬਹੁਤ ਵੱਡੀ ਚੀਜ਼ ਹੈ, ਸਿੱਧੀ ਔਰ ਅਸਿੱਧੀ ਦੇ ਵਿੱਚ ਸਮ ਰਹਿਣਾ। ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਉਹਦੇ ਵਿੱਚ ਸਫਲਤਾ ਨਾ ਮਿਲੇ, ਵਿਅਕਤੀ ਬਹੁਤ ਦੁਖੀ ਹੋ ਜਾਂਦਾ ਹੈ। ਜਦੋਂ ਸਫਲਤਾ ਮਿਲ ਜਾਂਦੀ ਹੈ, ਵਿਅਕਤੀ ਇੰਨੇ ਖੁਸ਼ੀ ਦੇ ਉਦਰੇਕ ਦੇ ਵਿੱਚ ਚਲਾ ਜਾਂਦਾ ਹੈ, ਉਹ ਖੁਸ਼ੀ ਵੀ ਵਿਅਕਤੀ ਤੋਂ ਪਚਾਈ ਨਹੀਂ ਜਾਂਦੀ। ਸਫਲਤਾ ਔਰ ਅਸਫਲਤਾ ਦੇ ਵਿੱਚ
ਸਮਾਨ ਰਹਿੰਦਿਆਂ ਹੋਇਆਂ ਇਹ ਸਫਲਤਾ ਕਰਤੇ ਹੱਥ ਵਡਿਆਈਆਂ, ਜੈ ਭਾਵੈ ਤਾਂ ਦੇ ਵਾਕ ਅਨੁਸਾਰ, ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ, ਹੁਕਮੀ ਮਿਲੈ ਵਡਿਆਈ ਦੇ ਵਾਕ ਅਨੁਸਾਰ। ਇਹ ਸੁਖ ਮਿਲਣਾ, ਦੁੱਖ ਮਿਲਣਾ, ਵਡਿਆਈ ਮਿਲਣੀ, ਮਾਨ सम्मान ਮਿਲਣਾ, ਸਫਲਤਾ ਅਸਫਲਤਾ ਮਿਲਣੀ, ਇਹ ਬਾਅਦ ਦੀ ਗੱਲ ਹੈ, ਉਸ ਕਰਤੇ ਦੇ ਹੱਥ ਹੈ। ਵਿਅਕਤੀ ਦਾ ਇਹ ਫਰਜ਼ ਬਣਦਾ ਪੂਰੇ ਸਮਰਪਣ ਦੇ ਨਾਲ, ਪੂਰੀ ਇਮਾਨਦਾਰੀ ਦੇ ਨਾਲ, ਪੂਰੀ ਸੇਵਾ ਭਾਵਨਾ ਦੇ ਨਾਲ ਕੰਮ ਕਰੇ। ਇੱਕ ਛੋਟੀ ਜੀ ਸਾਖੀ ਕਹਿ ਕੇ ਵਿਦਿਆ ਹੋਣਾ। ਗੁਰੂ ਰਾਮਦਾਸ ਪਾਤਸ਼ਾਹ ਜਦੋਂ ਬੀਬੀ ਭਾਨੀ ਜੀ ਦੇ ਨਾਲ ਆਨੰਦ ਕਾਰਜ ਹੋ ਗਿਆ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਦੂਸਰੀ ਸਪੁੱਤਰੀ ਬੀਬੀ ਦਾਨੀ ਜੀ ਦੇ ਵਾਸਤੇ ਭਾਈ ਰਾਮਾ ਜੀ ਦਾ ਚੈਨ ਹੋਇਆ। ਸੰਗਤ ਦੇ ਵਿੱਚ ਇੱਕ ਖਲਬਲੀ ਜੀ ਮਚ ਗਈ। ਅੱਗੋਂ ਉੱਤਰਾਧਿਕਾਰੀ ਕੌਣ ਹੈ, ਗੁਰਿਆਈ ਦਾ ਵਾਰਿਸ ਕੌਣ ਹੈ? ਇਸ ਹਵਾ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਪਹਿਚਾਨਿਆ। ਅਖੀਰ ਮੈਂ ਸੰਖੇਪ ਨਾਲ ਕਹਾਂ, ਪਾਤਸ਼ਾਹ ਨੇ ਹੁਕਮ ਕੀਤਾ, ਮੈਂ ਬਜ਼ੁਰਗ ਹਾਂ, ਸਰੀਰ ਬਿਰਧ ਹੈ, ਇਸ ਬੌਲੀ ਦੇ ਸਾਹਮਣੇ ਇੱਕ ਥੜੇ ਦਾ ਨਿਰਮਾਣ ਕੀਤਾ ਜਾਵੇ। ਹੁਕਮ ਦੇ ਅਨੁਸਾਰ ਦੋਨਾਂ ਨੇ ਥੜੇ ਦਾ ਨਿਰਮਾਣ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਆਏ ਔਰ ਨਕਾਰ ਦਿੱਤਾ। ਭਾਈ ਰਾਮਾ ਜੀ ਨੇ ਕੁਛ ਮਨ ਦੇ ਅੰਦਰ ਸ਼ੋਭ ਪੈਦਾ ਹੋ ਗਿਆ, ਵਧੀਆ ਬਣਿਆ, ਪਤਾ ਨਹੀਂ ਕਿਉਂ ਨਹੀਂ ਪਸੰਦ ਆਇਆ। ਪਰ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਪਾਤਸ਼ਾਹ ਮੈਨੂੰ ਉਹ ਸਮਤ ਬਖਸ਼ੋ, ਮੈਂ ਤੁਹਾਡੇ ਹੁਕਮ ਦੇ ਅਨੁਸਾਰ ਉਹ ਯੋਗ ਕੰਮ ਕਰ ਸਕਾਂ। ਦੂਸਰੇ ਦਿਨ ਫਿਰ ਥੜੇ ਦਾ ਨਿਰਮਾਣ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਨੇ ਭਾਈ ਰਾਮਾ ਜੀ ਦੇ ਥੜੇ ਨੂੰ ਨਕਾਰਿਆ। ਭਾਈ ਰਾਮਾ ਜੀ ਕਹਿੰਦੇ ਨੇ, ਸ਼ਾਇਦ ਵਡੇਰੀ ਉਮਰ ਹੋਣ ਕਰਕੇ ਹੁਣ ਚੰਗੀ ਮਾੜੀ ਚੀਜ਼ ਦੀ ਪਹਿਚਾਨ ਨਹੀਂ ਰਹੀ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਦੇ ਥੜੇ ਨੂੰ ਵੀ ਨਕਾਰਿਆ, ਗੁਰੂ ਰਾਮਦਾਸ ਪਾਤਸ਼ਾਹ ਚਰਨਾਂ ਦੇ ਵਿੱਚ ਡਿੱਗ ਕੇ ਕਹਿੰਦੇ ਨੇ, ਪਾਤਸ਼ਾਹ ਮੈਨੂੰ ਤੇ ਸਮਾਧੀ ਇੰਨੀ ਕੁ ਹੈ, ਆਪ ਬਖਸ਼ਿਸ਼ ਕਰੋ, ਮੈਂ ਆਪ ਦੇ ਮਨ ਮੁਤਾਬਿਕ ਕੰਮ ਕਰ ਸਕਾਂ। ਭਾਵ ਉਸ ਕੰਮ ਦੀ ਸਫਲਤਾ ਤੇ ਅਸਫਲਤਾ ਦੇ ਪਿੱਛੇ ਭਾਈ ਰਾਮਾ ਜੀ ਉਦਾਸ ਨੇ, ਸ਼ੋਭ ਹੈ, ਮਨ ਦੇ ਅੰਦਰ ਕ੍ਰੋਧ ਹੈ, ਉਦਵਿਗਨਤਾ ਹੈ। ਪਰ ਗੁਰੂ ਰਾਮਦਾਸ ਪਾਤਸ਼ਾਹ, ਮੇਰੇ ਸਤਿਗੁਰੂ ਦਾ ਹੁਕਮ ਹੈ, ਉਹ ਸਫਲ ਹੈ ਅਸਫਲ ਹੈ, ਪਸੰਦ ਹੈ ਨਾ ਪਸੰਦ ਹੈ, ਉਹ ਦੂਸਰੀ ਗੱਲ ਹੈ, ਪਰ ਉਹਨਾਂ ਦਾ ਹੁਕਮ ਮੰਨ ਕੇ ਮੈਂ ਪੂਰੀ ਇਮਾਨਦਾਰੀ ਦੇ ਨਾਲ ਕਰਦਾ ਪਿਆ। ਇਹ ਵੱਡੀ ਚੀਜ਼ ਹੈ ਸਾਧ ਸੰਗਤ ਜੀ। ਇਸ ਕਰਕੇ ਸਿੱਧੀ ਅਸਿੱਧੀ ਦੇ ਵਿੱਚ ਸਮ ਰਹਿੰਦੇ ਹੋਏ, ਸਫਲਤਾ ਅਸਫਲਤਾ ਦੇ ਵਿੱਚ ਸਮ ਰਹਿੰਦੇ ਹੋਏ ਕੰਮ ਕਰਨਾ ਚਾਹੀਦਾ। ਇੱਕ ਗੱਲ ਹੋਰ ਕਹਿਣੀ ਹੈ, ਇਹ ਗੱਲਾਂ ਬੜੀਆਂ ਔਖੀਆਂ ਨੇ, ਬੜੇ ਸਾਧਨਾ ਤੋਂ ਬਾਅਦ, ਕਿਰਪਾ ਤੋਂ ਬਾਅਦ ਮਿਲਦੀਆਂ ਨੇ, ਪਰ ਜਿਹੜੀ ਚੀਜ਼ ਸਿੱਧ ਪੁਰਸ਼ ਦੇ ਵਾਸਤੇ ਸਹਿਜ ਹੁੰਦੀ ਹੈ, ਸਾਧਕ ਦੇ ਵਾਸਤੇ ਉਹ ਸਾਧਨਾ ਹੁੰਦੀ ਹੈ। ਭਾਵ ਇਹ ਚੀਜ਼ਾਂ ਸਾਡਾ ਮਨ ਇਹਨਾਂ ਵਾਸਤੇ ਤਿਆਰ ਨਹੀਂ, ਯੋਗ ਨਹੀਂ, ਪਰ ਅਭਿਆਸ ਕਰਨਾ ਹੈ, ਆਪਣੇ ਮਨ ਨੂੰ ਇਸ ਤਰ੍ਹਾਂ ਤਿਆਰ ਕਰਨਾ ਹੈ। ਕਦੇ ਸਫਲਤਾ ਮਿਲੇਗੀ, ਕਦੇ ਅਸਫਲਤਾ ਮਿਲੇਗੀ, ਕਦੇ ਇਸ ਕੰਮ ਨੂੰ ਕਰਨ 'ਚ ਮਨ ਲੱਗੇਗਾ, ਕਦੇ ਨਹੀਂ ਲੱਗੇਗਾ, ਪਰ ਬਾਰ-ਬਾਰ ਜਦੋਂ ਮਨ ਦੇ ਅੰਦਰ ਇਸ ਗੱਲ ਦਾ ਅਭਿਆਸ ਕਰਨ ਦੀ ਕੋਸ਼ਿਸ਼ ਕਰਾਂਗੇ, ਇਹੀ ਗੱਲਾਂ ਇੱਕ ਦਿਨ ਸਿੱਧ ਬਣ ਜਾਣਗੀਆਂ, ਸਹਿਜ ਬਣ ਜਾਣਗੀਆਂ, ਪਰਮਾਤਮਾ ਦੀ ਸੇਵਾ ਬਣ ਜਾਣਗੀਆਂ। ਇਹਨਾਂ ਸ਼ਬਦਾਂ ਦੇ ਨਾਲ ਸਤਿ ਸ੍ਰੀ ਅਕਾਲ ਜੀ।